जिंदा ने सब हाथ खड़े करो इस महान के पापा से सब तारीफ करांगे परमेश्वर की। सचमुच मैं भाइयों और जुगा दे अंत तक वो साडे नाल ने साडे विच ने पर हमेशा ही जिंदा ने। सो सब चलांगे गुरु दी बाणी विच कटो दूसरा कर दिया प्रभु का दास पौलुस कहता माना गया गाड़ा गया तीजे दिन मुर्दों से जी उठा। और आज असी परमेश्वर जो बाणी सुनने से जा रहे हैं। परमेश्वर ने जी उठन दे शब्द कटो दूसरा कर दिया पांचवा ओदी 15 है उसी वचन सुनाएंगे। माइक ले लो और अच्छे तरीके से वचन प्रोसेस कर पड़ेगा। माइक ऑन देखो ਅਤੇ ਉਹ ਸਭਨਾਂ ਦੇ ਲਈ ਮੋਇਆ ਕਿ ਜਿਹੜੇ ਜਿਉਂਦੇ ਹਨ ਉਹ ਗਾਂ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜੀਵਨ ਜਿਹੜਾ ਉਹਨਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ। ਹਾਲੇਲੂਇਆ 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 ਹਾਲੇਲੂਇਆ। ਲਓ ਅਤੇ ਉਹ ਸਭਨਾਂ ਦੇ ਲਈ ਮੋਇਆ ਕਿੰਨਾ ਲਈ ਪਰਮੇਸ਼ਰ ਨੇ ਜਾਨ ਦਿੱਤੀ ਕਿੰਨਾ ਲਈ ਸਾਡੇ ਸਾਰਿਆਂ ਲਈ ਸਾਡੇ ਸਾਰਿਆਂ ਲਈ ਕਿੰਨੇ ਲਈ ਜਾਨ ਦਿੱਤੀ ਪਰਮੇਸ਼ਰ ਨੇ। ਹੱਥ ਖੜੇ ਕਰੋ ਸਾਡੇ ਸਾਰਿਆਂ ਲਈ ਦਿੱਤੀ ਨਾ। ਸੋ ਸੁਣੋ ਮੈਸੇਜ ਅਤੇ ਉਹ ਸਭਨਾਂ ਦੇ ਲਈ ਮੋਇਆ ਕਿ ਜਿਹੜੇ ਜਿਉਂਦੇ ਹਨ ਉਹ ਅਗਾਹ ਨੂੰ ਆਪਣੇ ਲਈ ਨਹੀਂ ਸਗੋਂ ਉਹਦੇ ਲਈ ਜੀਉਣ ਜਿਹੜਾ ਉਹਨਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ। ਹਾਲੇਲੂਇਆ। ਹੁਣ ਸਾਨੂੰ ਕੀ ਕਰਨ ਦੀ ਲੋੜ ਹੈਗਾ? ਸਾਨੂੰ ਆਪਣੇ ਲਈ ਨਹੀਂ ਉਹਦੇ ਲਈ ਜੀਣ ਦੀ ਲੋੜ ਹੈ। ਉਹਦੇ ਜਿੰਦੇ ਨਾਮ ਦੀ ਜਿੰਦੀਆਂ ਗਵਾਹੀਆਂ ਦੇਣ ਦੀ ਲੋੜ ਹੈ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਉਹਦੇ ਲਈ ਜੀਉਣ ਜਿਹੜਾ ਉਹਨਾਂ ਦੇ ਲਈ ਮੋਇਆ। ਸਾਡੇ ਲਈ ਉਹ ਮਰਿਆ ਸੀ ਅੱਜ ਸਾਨੂੰ ਕੀ ਹੈ ਉਹਦੇ ਲਈ ਜੀਣ ਦੀ ਕੀ ਆ ਲੋੜ। ਅਸੀਂ ਉਹਦੇ ਲਈ ਜੀਵਾਂਗੇ ਉਹਦੇ ਨਾਮ ਦੇ ਜਿੰਦਾ ਗਵਾਹੀਆਂ ਦਵਾਂਗੇ ਉਹਦੇ ਕੰਮਾਂ ਨੂੰ ਪ੍ਰਗਟ ਕਰਾਂਗੇ ਕਿ ਉਹ ਕੀ ਹੈ ਪਰਮੇਸ਼ਰ ਸਾਡੇ ਵਿੱਚ ਕੀ ਆ ਜਿੰਦਾ ਹੈ। ਪਰ ਜੇ ਸਾਡੇ ਜੀਵਨ 'ਚ ਜਿੰਦੇ ਕੰਮ ਹੋਣਗੇ ਪਰਮੇਸ਼ਰ ਦੇ ਜਿੰਦੇ ਕਲਾਮ ਦੇ ਉਹਦੇ ਹੁਕਮਾਂ ਦੀ ਪਾਲਣਾ ਸਾਡੇ ਜੀਵਨ 'ਚ ਹੋਏਗੀ ਤੇ ਫੇਰ ਕੀ ਹੈ ਉਹ ਸਾਡੇ ਵਿੱਚ ਜਿੰਦਾ ਨਜ਼ਰ ਆਏਗਾ। ਹਾਲੇਲੂਇਆ। ਤੇ ਜੇ ਸਾਡੇ ਵਿੱਚ ਕੰਮ ਹੀ ਸੰਸਾਰ ਵਾਲੇ ਨੇ ਤੇ ਫੇਰ ਨਹੀਂ। ਅਸੀਂ ਕਿਵੇਂ ਸਾਬਿਤ ਕਰਾਂਗੇ ਕਿ ਜਿੰਦਾ ਪਰਮੇਸ਼ਰ ਜੀ ਉੱਠਿਆ ਉਹ ਸਾਡੇ ਵਿੱਚ ਹੈ ਔਰ ਸਾਡੇ ਨਾਲ ਹੈ। ਜਿੰਨਾ ਚਿਰ ਸਾਡੇ ਜੀਵਨ ਵਿੱਚ ਪਰਮੇਸ਼ਰ ਦੇ ਕੰਮ ਨਹੀਂ ਹੋਣਗੇ ਅੱਜ ਅਸੀਂ ਉਹਨਾਂ ਨੂੰ ਕੰਮਾਂ ਨੂੰ ਪ੍ਰਗਟ ਕਰਾਂਗੇ ਤੇ ਫੇਰ ਹੀ ਲੋਕ ਸਾਡੇ ਕੀ ਕਰਨਗੇ ਯਕੀਨ ਕਰਨਗੇ ਕਿ ਵਾਕਈ ਜਿੰਦੇ ਪਰਮੇਸ਼ਰ ਦੀ ਧੀ ਆ ਸੰਤਾਨ ਆ। ਹਾਲੇਲੂਇਆ। ਕਿਹਦਾ ਸਾਬਿਤ ਕਰਾਂਗੇ? ਜਿਹਨੇ ਸਾਡੇ ਲਈ ਜਾਨ ਦਿੱਤੀ। ਜਦੋਂ ਪਰਮੇਸ਼ਰ ਦੇ ਕੰਮ ਸਾਡੇ ਜੀਵਨ 'ਚ ਹੋਣਗੇ ਅਧੀਨਗੀ ਨਮਰਤਾ ਪ੍ਰੇਮ ਬਸ ਇਹ ਸਭ ਕੁਝ ਸਾਡੇ ਵਿੱਚ ਹੋਏਗਾ। ਅਸੀਂ ਕੀ ਕਰਾਂਗੇ? ਅਸੀਂ ਪਰਮੇਸ਼ਰ ਦੇ ਕੰਮਾਂ ਨੂੰ ਪ੍ਰਗਟ ਕਰਾਂਗੇ ਔਰ ਲੋਕ ਬਚਾਏ ਜਾਣਗੇ ਸਾਡੇ ਦੁਆਰਾ। ਕਰ ਪਾਈਓ ਇਹ ਸੱਚਾਈ ਹੈ। ਉਹ ਪਰਮੇਸ਼ਰ ਸਾਡੇ ਲਈ ਕੀ ਆ ਮਰਿਆ ਸੀ ਔਰ ਅੱਜ ਅਸੀਂ ਉਹਦੇ ਕੰਮਾਂ ਨੂੰ ਪ੍ਰਗਟ ਕਰਕੇ ਆਪਣੇ ਜੀਵਨ ਵਿੱਚ ਕੀ ਕਰਾਂਗੇ? ਇਹ ਸਾਬਿਤ ਕਰਾਂਗੇ ਕਿ ਪਰਮੇਸ਼ਰ ਕੀ ਆ ਅੱਜ ਜੀ ਉੱਠਿਆ ਸਾਡੇ ਜੀਵਨਾਂ ਵਿੱਚ ਸਾਡੇ ਅੰਦਰ ਹੈ। ਹਾਲੇਲੂਇਆ। ਕਿਉਂਕਿ ਜੇ ਅਸੀਂ ਹਨੇਰ ਵਾਲੇ ਕੰਮ ਕਰਾਂਗੇ ਤੇ ਫਿਰ ਪਰਮੇਸ਼ਰ ਸਾਡੇ ਵਿੱਚ ਨਜ਼ਰ ਨਹੀਂ ਆਉਂਦਾ। ਪਰਮੇਸ਼ਰ ਨੇ ਸਾਨੂੰ ਆਪਣੀ ਹੈਂਕਲ ਕਿਹਾ ਤੁਸੀਂ ਮੇਰੀ ਕੀ ਜੇ ਹੈਂਕਲ ਪਰ ਹੈਂਕਲ ਅਸੀਂ ਪਵਿੱਤਰ ਕਰਕੇ ਰੱਖਾਂਗੇ। ਹਾਲੇਲੂਇਆ। ਇਹਦੀ 6 ਇਹਦੀ 16 ਕਰ ਪੈਂਦਾ। ਹਾਂਜੀ। ਅਤੇ ਪਰਮੇਸ਼ਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਪਰਮੇਸ਼ਰ ਦੀ ਹੈਕਲ ਹਾਂ। ਜਿਵੇਂ ਪਰਮੇਸ਼ਰ ਦੇ ਵਚਨ ਕੀਤਾ ਹੈ ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਲਓ ਜੀ
परमेश्वर ने सानू की क्या हैकल ते हैकल दा मूर्तियां नाल कोई वास्ता है नहीं। हैकल दा कोई भी मूर्तियां नाल वास्ता नहीं। ਅਸੀਂ ਜਿਉਂਦੇ ਪਰਮੇਸ਼ਰ ਦੀ ਜਿਉਂਦੀ ਪਹਿਚਾਨ ਪਰਮੇਸ਼ਰ ਦੇ ਕੰਮ ਸਾਡੇ ਵਿੱਚ ਨਜ਼ਰ ਆਉਣਗੇ ਤੇ ਪਰਮੇਸ਼ਰ ਸਾਡੇ ਵਿੱਚ ਜਿਉਂਦਾ ਨਜ਼ਰ ਕੀ ਆਊਗਾ ਕਿਉਂਕਿ ਸਾਡਾ ਹਨੇਰ ਦੇ ਕੰਮਾਂ ਨਾਲ ਕੋਈ ਵੀ ਵਾਸਤਾ ਨਹੀਂ ਆ ਕਿਉਂਕਿ ਨਾ ਮੂਰਤੀਆਂ ਬੋਲਦੀਆਂ ਤੇ ਨਾ ਸੁਣਦੀਆਂ ਤੇ ਨਾ ਸਮਝਦੀਆਂ। ਅਸੀਂ ਜਿਉਂਦੇ ਪਰਮੇਸ਼ਰ ਦੇ ਬੱਚੇ ਹਾਂ ਭੈਣ ਭਾਈਓ। ਔਰ ਅੱਜ ਸਾਨੂੰ ਪਰਮੇਸ਼ਰ ਨੇ ਆਪਣੇ ਧੀਆਂ ਦੇ ਪੁੱਤਰ ਹੋਣ ਦਾ ਕੀ ਦਿੱਤਾ ਹੱਕ ਦਿੱਤਾ। ਹਾਲੇਲੂਇਆ। ਉਹਦੇ ਕੰਮ ਸਾਡੇ ਜੀਵਨ ਦੇ ਪ੍ਰਗਟ ਹੋਣਗੇ ਤੇ ਲੋਕੀ ਬਚਾਏ ਜਾਣਗੇ। ਹਾਲੇਲੂਇਆ। ਤੇ ਜੇ ਸਾਡੇ ਜੀਵਨ ਦੇ ਕੰਮ ਨਹੀਂ ਆ ਤੇ ਅੱਜ ਵੀ ਇਹ ਨਹੀਂ ਆ ਅਸੀਂ ਮਰੇ ਹੋਏ ਅਸੀਂ ਉਹਨਾਂ ਮੂਰਤੀਆਂ ਵਰਗੇ ਆ ਨਾ ਸੁਣਦੀਆਂ ਨਾ ਸਮਝਦੀਆਂ। ਦੱਸਿਆ ਅਤੇ ਪਰਮੇਸ਼ਰ ਦੀ ਸਾਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ ਕੋਈ ਵਾਸਤਾ ਨਹੀਂ। ਪਰਮੇਸ਼ਰ ਨੇ ਸਾਨੂੰ ਹੈਂਕਲ ਕਿਹਾ ਭੈਣ ਭਾਈਓ ਔਰ ਦੱਸਿਆ ਅਸੀਂ ਤਾਂ ਪਰਮੇਸ਼ਰ ਦੀ ਹੈਂਕਲ ਹਾਂ ਜਿਵੇਂ ਪਰਮੇਸ਼ਰ ਨੇ ਵਚਨ ਕੀਤਾ ਮੈਂ ਉਹਨਾਂ ਵਿੱਚ ਵਾਸ ਕਰਾਂਗਾ। ਹਾਲੇਲੂਇਆ। ਕਿੰਨਾ ਵਿੱਚ ਵਾਸ ਕਰੇਗਾ ਪ੍ਰਭੂ ਸਾਡੇ ਵਿੱਚ। ਉਹ ਜਿਉਂਦਾ ਪਰਮੇਸ਼ਰ ਹੈ ਕੱਲ ਵੀ ਜਿਉਂਦਾ ਸੀ ਔਰ ਅੱਜ ਵੀ ਜਿਉਂਦਾ। ਪਰ ਇਹ ਕਿੰਨਾ ਸਾਬਿਤ ਕਰਾਂਗੇ ਕਿ ਪਰਮੇਸ਼ਰ ਸਾਡੇ ਲਈ ਮਰਿਆ ਸੀ ਔਰ ਅੱਜ ਜੀ ਉੱਠਿਆ ਉਹਦੇ ਕੰਮ ਪ੍ਰਗਟ ਕਰਦੇ ਸਾਡੇ ਕੰਮਾਂ ਦੇ ਦੁਆਰਾ ਜਦ ਲੋਕ ਬਚਾਏ ਜਾਣਗੇ ਤੇ ਫਿਰ ਕੀ ਸਾਬਿਤ ਹੋਏਗਾ ਕਿ ਵਾਕਈ ਜਿਉਂਦਾ ਪਰਮੇਸ਼ਰ ਇਹਨਾਂ ਦੇ ਕੀ ਆ ਵਿੱਚ ਵਾ ਇਹਨਾਂ ਦੇ ਅੰਦਰ ਵਾਸ ਕਰਦਾ ਹੈ। ਹਾਲੇਲੂਇਆ। ਹਾਂਜੀ ਅੱਗੇ ਆ ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ। ਪ੍ਰਭੂ ਆਖਦਾ ਹੈ ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ। ਹਾਲੇਲੂਇਆ। ਲਿਖਿਆ ਇਸ ਲਈ ਉਹਨਾਂ ਵਿੱਚੋਂ ਕੀ ਕਰੋ ਨਿਕਲੋ। ਕਿੰਨਾ ਵਿੱਚੋਂ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਨਹੀਂ ਸੁਣਦੇ ਜਿਹੜੇ ਅੱਜ ਵੀ ਉਹਨਾਂ ਬਾਬਿਆਂ ਕੋਲ ਜਾ ਰਹੇ ਨੇ ਜਿਹੜੇ ਅੱਜ ਵੀ ਗਲੀਆਂ ਬਾਜ਼ਾਰਾਂ ਵਿੱਚ ਲੱਭ ਰਹੇ ਨੇ। ਪ੍ਰਭੂ ਯਿਸੂ ਮਸੀਹ ਸਾਡੇ ਅੰਦਰ ਹੈ ਭੈਣ ਭਾਈਓ ਕਿਉਂਕਿ ਪਰਮੇਸ਼ਰ ਦੇ ਵਚਨ ਨੇ ਸਾਬਿਤ ਕੀਤਾ ਕਿ ਮੈਂ ਕਿੰਨਾ ਵਿੱਚ ਆ ਜਿਨ੍ਹਾਂ ਨੂੰ ਮੈਂ ਕੀ ਕਿਹਾ ਮੇਰੀ ਹੈਕਲ ਜੇ ਤੁਸੀਂ ਔਰ ਦੱਸਿਆ ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ। ਪ੍ਰਭੂ ਆਖਦਾ ਹੈ ਕਿ ਹੁਣ ਆਪਾਂ ਉਹਨਾਂ ਤੋਂ ਅੱਡ ਜਿਹੜੇ ਬੱਚੇ ਨੂੰ ਨਾ ਸੁਣਦੇ ਨੇ ਨਾ ਸਮਝਦੇ ਨੇ ਤੇ ਨਾ ਵਚਨ ਦੇ ਅਨੁਸਾਰ ਚੱਲਦੇ ਨੇ ਅਸੀਂ ਉਹਨਾਂ ਤੋਂ ਕੀ ਹੋਣਾ ਅੱਡ ਹੋਣਾ। ਪਰ ਕਿਵੇਂ ਸਾਬਿਤ ਕਰਾਂਗੇ ਕੰਮਾਂ ਨੂੰ ਜਦੋਂ ਪਰਮੇਸ਼ਰ ਦਾ ਵਚਨ ਸਾਡੇ ਜੀਵਨ 'ਚ ਹੋਏਗਾ ਅਸੀਂ ਅਮਲ ਕਰਾਂਗੇ ਤੇ ਫਿਰ ਕੀ ਹੋਏਗਾ ਲੋਕਾਂ ਨੂੰ ਬਚਾਵਾਂਗੇ ਤੇ ਸਾਬਿਤ ਹੋਏਗਾ ਕਿ ਵਾਕਈ ਅਸੀਂ ਜਿਉਂਦੇ ਪਰਮੇਸ਼ਰ ਦੀ ਕੀ ਆ ਸੰਤਾਨ ਹੈ। ਹਾਲੇਲੂਇਆ। और दसिया जी इसलिए ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ। ਪ੍ਰਭੂ ਆਖਦਾ ਹੈ ਅਤੇ ਕਿਸੇ ਭ੍ਰਿਸ਼ਟ ਵਸਤੂ ਨੂੰ ਹੱਥ ਨਾ ਲਾਓ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ। ਹਾਲੇਲੂਇਆ। ਕਿੰਨਾ ਪ੍ਰਭੂ ਕਬੂਲ ਕਰਨਗੇ ਸਾਨੂੰ ਜਦੋਂ ਅਸੀਂ ਉਹਨਾਂ ਦੇ ਕੰਮ ਕਰਾਂਗੇ ਜੋ ਉਹਨਾਂ ਮੂਰਤੀਆਂ ਵੱਲ ਨਹੀਂ ਭਜਾਂਗੇ ਜੋ ਨਾ ਸੁਣਦੀਆਂ ਨਾ ਵੇਖਦੀਆਂ ਔਰ ਨਾ ਉਹਨਾਂ ਲੋਕਾਂ ਵੱਲ ਜੋ ਵਚਨ ਤੋਂ ਉਲਟ ਚੱਲ ਜਾਂਦੇ। ਜਦ ਅਸੀਂ ਉਹਨਾਂ ਲੋਕਾਂ ਨੂੰ ਬਚਾਉਣਾ ਹੈ ਤੇ ਜਿਉਂਦੇ ਪਰਮੇਸ਼ਰ ਦੀ ਜਿਉਂਦੀ ਸੰਤਾਨ ਬਣ ਕੇ ਉਹਦੇ ਕੰਮਾਂ ਨੂੰ ਆਪਣੇ ਜੀਵਨ 'ਚ ਪ੍ਰਗਟ ਕਰਨਾ। ਹਾਲੇਲੂਇਆ। ਸਹੀ ਗੱਲ ਹੈ ਭਾਈਓ ਪਰਮੇਸ਼ਰ ਸਾਡੇ ਅੰਦਰ ਹੈ ਸਾਡੇ ਨਾਲ ਫਿਰ ਅਸੀਂ ਸਾਹ ਲੈ ਰਹੇ ਹਾਂ ਤੇ ਜੇ ਅਸੀਂ ਕਿਸੇ ਨੂੰ ਬਚਾਉਣਾ ਚਾਹੁੰਦੇ ਹਾਂ ਤੇ ਅੱਜ ਸਾਨੂੰ ਕਿਸੇ ਗਲੀ ਬਾਜ਼ਾਰ ਦੇ ਜਾਣ ਦੀ ਲੋੜ ਨਹੀਂ ਆ ਸਾਡੇ ਜੀਵਨ ਦੇ ਕੰਮ ਪ੍ਰਗਟ ਹੋਣੇ ਚਾਹੀਦੇ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਨੇ ਯਹੂਨਾ 2 ਉਹਦੀ 18 ਪੜੋ ਫਿਰ ਮੈਂ ਤੁਹਾਨੂੰ ਦੱਸਦਾ। ਯਹੂਨਾ 2 ਉਹਦੀ 18 ਯਹੂਦੀਆਂ ਨੇ ਪਰਮੇਸ਼ਰ ਨੂੰ ਕੀ ਕਿਹਾ ਕੱਢੋ। ਉਪਰੰਤ ਯਹੂਦੀਆਂ ਨੇ ਅੱਗੋਂ ਉਸ ਨੂੰ ਆਖਿਆ ਤੂੰ ਕਿਹੜਾ ਨਿਸ਼ਾਨ ਸਾਨੂੰ ਵਿਖਾਦਾ ਹੈ ਜੋ ਇਹ ਕੰਮ ਕਰਦਾ ਹੈ। ਹਾਂਜੀ ਅੱਗੇ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਇਸ ਲਈ ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ 3 ਦਿਨਾਂ ਵਿੱਚ ਇਹਨੂੰ ਖੜਾ ਕਰ ਦਿਆਂਗਾ। ਹਾਲੇਲੂਇਆ। 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 ਲਓ ਜੀ ਕੀ ਮੰਗਦੇ ਲੋਕੀ ਨਿਸ਼ਾਨ ਕੰਮ ਮੰਗਦੇ ਨੇ ਲੋਕੀ। ਯਹੂਦੀਆਂ ਨੇ ਕੀ ਮੰਗਿਆ ਨਿਸ਼ਾਨ ਮੰਗਿਆ। ਅੱਜ ਪਰਮੇਸ਼ਰ ਦੇ ਅਗਰ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਕਿ ਵਾਕਈ
ਜਿਉਂਦੇ ਪਰਮੇਸ਼ਰ ਦੀ ਸੰਤਾਨ ਆ ਤੇ ਸਾਨੂੰ ਚਿੰਨ੍ਹ ਪ੍ਰਗਟ ਕਰਨਾ ਪਏਗਾ ਪਰਮੇਸ਼ਰ ਦਾ ਕਿ ਵਾਕਈ ਸਾਡੇ ਦੁਆਰਾ ਲੋਕ ਬਚਣ। परमेश्वर ने जाने यहूदियों ने सवाल किया, लिखा उपरंत यहूदियों ने अगों उस नु आख्या तू केड़ा निशान सानू विखाता है। जदों लोग हैकल दे विच कारोबार करना शुरू कर दिता, दुकानां लानी शुरू कीतियां और प्रभु ਨੂੰ क्रोध आया और उन्होंने सवाल जवाब कीते कि सानू की चाहिदा है। निशान दे परमेश्वर ने की उत्तर दिता, दसिया यीशु ने उन्होंने उत्तर दिता इस हैकल नु ਢਾਹ ਸੁੱਟੋ ਤਾਂ ਮੈਂ 3 ਦਿਨਾਂ ਵਿੱਚ ਇਹਨੂੰ ਖੜਾ ਕਰ ਦਿਆਂਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਖੜੇ ਹੋਏ ਕਿ ਨਹੀਂ ਹੋਏ? ਪ੍ਰਭੂ ਖੜੇ ਹੋਏ। ਇਹ ਕਿਹਦੀ ਗੱਲ ਕਰ ਰਹੇ ਸੀ ਪ੍ਰਭੂ? ਕਿਸ ਹੈਕਲ ਦੀ ਗੱਲ ਕਰ ਰਹੇ ਸੀ? ਕੋਈ ਦੱਸ ਸਕਦਾ ਹੈ? ਹਾਂਜੀ ਆਪਣੀ ਗੱਲ ਕਰ ਰਹੇ ਸੀ। ਹਾਲੇਲੂਇਆ। ਪਰਮੇਸ਼ਰ ਆਪਣੀ ਗੱਲ ਕਰ ਰਹੇ ਸੀ ਭੈਣ ਭਾਈਓ, ਕਿਉਂਕਿ ਅਸੀਂ ਆਪਣੀ ਹੀ ਗਵਾਹੀ ਦੇਵਾਂਗੇ ਹਰ ਜਗ੍ਹਾ। ਅਸੀਂ परमेश्वर की गवाही कितना देवांगे जो साडे जीवन विच परमेश्वर दे जिंदे नाम प्रगट होणगे ते लोकां नूं बचावांगे। हालेलुया। जो परमेश्वर दे चिन्ह साडे जीवन च प्रगट होणगे, क्योंकि परमेश्वर ने कहा, यीशु ने उन्हें उत्तर दिता इस हैकल नूं ढाह सुट्टो ते मैं 3 दिनां विच इस नूं खड़ा कर दिआंगा। हां जी अगे पर उसने अपने शरीर दी हैकल दी गल कही थी। हालेलुया। दस्या उन्होंने केड़ी गल कीती सी? परमेश्वर ने अपने शरीर की हैकल दी गल कीती सी। आज शरीर साडा हैकल है, साडा मन साडा हैकल है, इनू पवित्र करने की लोड़ वा। अगर असीं इनू पवित्र करांगे ते जिउंदे परमेश्वर दे जिउंदियां निशानियां प्रगट होणगीਆਂ साडे जीवन दे विच। हालेलुया। फिर लोग बचाए जाणगे, फिर पता लगेगा कि वाकई जिंदा परमेश्वर इस संसार दे विच। ते जे ਅਸੀਂ ਉਹ ਕੰਮ ਨਹੀਂ ਕਰਾਂਗੇ ਅਸੀਂ ਅੱਜ ਕੀ ਆ? ਅਸੀਂ ਉਹ ਮੂਰਤੀਆਂ ਵਰਗੇ ਆ ਜੋ ਨਹੀਂ ਸੁਣਦੀਆਂ ਭੈਣ ਭਾਈਓ। ਇਸ ਕਰਕੇ ਆਪਾਂ ਕਿੰਨਾ ਰਿਵਾਜਾਂ 'ਚ ਜਾਣਾ, ਸੰਸਾਰ ਬਾਰੇ ਰੀਤੀ ਰਿਵਾਜਾਂ ਵਿੱਚ ਨਹੀਂ ਜਾਣਾ, ਕਿਉਂਕਿ ਪਰਮੇਸ਼ਰ ਕੀ ਆ ਸਾਡੇ ਅੰਦਰ ਹੈ। ਉਹਨੇ ਜੋ ਬੋਲਿਆ ਉਹਨੇ ਉਹੀ ਕੀਤਾ। ਕੱਢੋ ਲੂਕਾ ਦੀ ਅੰਜੀਲ 24:5 ਜਿਉਂਦੇ ਪਰਮੇਸ਼ਰ ਨੂੰ ਲੱਭੀ। ਹਾਂਜੀ ਕੱਢੋ ਲੂਕਾ 24 ਉਹਦੀ 5 ਦੇ ਆਪਣੇ ਸਿਰ ਜ਼ਮੀਨ ਦੇ ਵੱਲ ਝੁਕਾਉਂਦੀਆਂ ਸਨ ਤਾਂ ਉਹਨਾਂ ਇਹਨਾਂ ਨੂੰ ਆਖਿਆ, ਤੁਸੀਂ ਜਿਉਂਦਿਆਂ ਨੂੰ ਮੋਇਆਂ ਵਿੱਚੋਂ ਕਿਉਂ ਭਾਲਦੀਆਂ ਹੋ? ਹਾਲੇਲੂਇਆ। ਲਓ ਜੀ ਕੀ ਕਿਹਾ ਪਰਮੇਸ਼ਰ ਨੇ? ਉਹਨਾਂ ਔਰਤਾਂ ਨੂੰ ਕਿਹਨੂੰ ਲੱਭਦੀਆਂ ਜੇ? ਉਹਨਾਂ ਦੂਤਾਂ ਨੇ ਕੀ ਕਿਹਾ? ਜਿਉਂਦੇ ਨੂੰ ਮੋਇਆਂ ਵਿੱਚ ਕਿਉਂ ਲੱਭਦੀਆਂ ਜੇ? ਪਰਮੇਸ਼ਰ ਕੀ ਆ? ਜੀ ਉੱਠਿਆ ਹੈ। हालेलुया। नहीं लभना मैं भाइयों, परमेश्वर हमेशा तारे नाल है, तारे अंदर है, क्योंकि रोमियो की किताब साबित कीता सब कुछ तेरे मुंह विच, तेरे कोल, तेरे मन विच। बस सानू लभण दी लोड़ है, क्योंकि वचन में लिखिया ढूंढोगे तो मुझे पाओगे। ढूंढना पेगा परमेश्वर, ओदी शक्ति ਨੂੰ महसूस करना पेगा, अपने कामां ਨੂੰ बदलना पेगा ते जिंदे परमेश्वर की जिंदी संतान की आ कहलाओ। हालेलुया। दस्या जा जो डरदियां कि अपने सिर ਜ਼ਮੀਨ ਵੱਲ ਝੁਕਾਉਂਦੀਆਂ ਸਨ ਤਾਂ ਉਹਨਾਂ ਇਹਨਾਂ ਨੂੰ ਆਖਿਆ, ਤੁਸੀਂ ਜਿਉਂਦੇ ਨੂੰ ਮੋਇਆਂ ਵਿੱਚ ਕਿਉਂ ਭਾਲਦੀਆਂ ਹੋ? ਹਾਂਜੀ ਅੱਗੇ ਉਹ ਇੱਥੇ ਹੈ ਨਹੀਂ ਪਰ ਜੀ ਉੱਠਿਆ ਹੈ। ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸਨੇ ਤੁਹਾਨੂੰ ਕਿੱਕਰ ਕਹਾ ਸੀ। ਹਾਲੇਲੂਇਆ। ਕਹਿੰਦਾ ਜਦੋਂ ਗਲੀਲ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ ਸੀ ਤੁਹਾਨੂੰ ਕੀ ਕਹਿੰਦਾ ਸੀ ਕਿ ਮੈਂ ਕੀ ਕਰਾਂਗਾ? ਜੀ ਉੱਠਾਂਗਾ। ਅੱਜ ਪਰਮੇਸ਼ਰ ਦੇ ਵਚਨ ਦੀ ਅਸੀਂ ਕੀ ਕਰਨੇ ਆ? ਸਮਝ ਨਹੀਂ ਰੱਖਦੇ, ਯਾਦ ਨਹੀਂ ਰੱਖਦੇ ਪ੍ਰਭੂ ਦੇ ਵਚਨ ਨੂੰ ਕਿ ਪ੍ਰਭੂ ਸਾਡੇ ਨਾਲ ਜਦ ਰਹਿੰਦੇ ਸੀ ਤੇ ਸਾਡੇ ਨਾਲ ਕਿਹੜੇ ਵਚਨ ਕਰਦੇ ਸੀ, ਕੀ ਗੱਲਾਂ ਕਰਦੇ ਸੀ ਤੇ ਅੱਜ ਅਸੀਂ ਕੀ ਲੱਭ ਰਹੇ ਆ। ਅਗਰ ਰੱਬ ਨੂੰ ਪਾਣਾ ਹੈ ਨਾ ਉਹਦੇ ਵਚਨ ਨੂੰ ਯਾਦ ਰੱਖੋ। ਹਾਲੇਲੂਇਆ। ਤੇ ਪਰਮੇਸ਼ਰ ਦਾ ਜਿੰਦਾ ਵਚਨ ਤੁਹਾਡੇ ਅੰਦਰ ਹੋਏਗਾ, ਤੁਹਾਡੇ ਕੋਲ ਹੋਏਗਾ, ਤੁਹਾਨੂੰ ਹਰ ਉਹ ਚੀਜ਼ ਮਿਲੇਗੀ ਜਿਹਦੀ ਤੁਸੀਂ ਲੋੜ ਵਿੱਚ ਰੱਖੀ ਸੀ। ਹਾਲੇਲੂਇਆ। क्योंकि ਅਸੀਂ ਕੀ ਕਰਨਾ ਹੈ? ਅਸੀਂ ਇੱਧਰ ਉੱਧਰ ਫਿਰ ਕੇ ਪਰਮੇਸ਼ਰ ਨੂੰ ਨਹੀਂ ਲੱਭਣਾ ਭੈਣ ਭਾਈਓ। ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਪਰਮੇਸ਼ਰ ਨੂੰ ਲੱਭਣਾ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਹਮੇਸ਼ਾ ਪਰਮੇਸ਼ਰ ਦੇ ਨਾਲ ਸੀ ਔਰ ਅੱਜ ਉਹੀ ਵਚਨ ਸਾਡੇ ਨਾਲ ਹੈ ਜੋ ਸਦਾ ਲਈ ਹੈ ਜਿਉਂਦਾ। ਹਾਲੇਲੂਇਆ
हाँ जी, अगली है ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜਾਇਆ ਜਾਣਾ, ਤੀਜੇ ਦਿਨ ਜੀ ਉੱਠਣਾ ਜ਼ਰੂਰ ਹੈ। हालेलुया। कहते मैं कहता ਹੁੰਦਾ ਸੀ, ਪ੍ਰਭੂ ਦਾ ਵਚਨ ਕੀ ਕਹਿ ਰਿਹਾ ਹੈ ਕਿ ਪ੍ਰਭੂ ਕਹਿੰਦੇ ਹੁੰਦੇ ਸੀ ਕਿ ਮਨੁੱਖਾਂ ਦੇ ਪੁੱਤਰ ਨੂੰ ਪਾਪੀ ਦੇ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਤੇ ਸਲੀਬ ਉੱਤੇ ਕੀ ਇੱਕ ਦਿਨ ਚਾੜਿਆ ਜਾਣਾ ਤੇ ਤੀਜੇ ਦਿਨ ਕੀ ਆ ਜੀ ਉੱਠਣਾ ਕੀ ਸੀ, ਇਹ ਜ਼ਰੂਰੀ ਸੀ। ਹਾਲੇਲੂਇਆ। और सच है भैन भाइयों, आज जो काम हो रहे ना यीशु के नाम विच ये साबित हो रहा है कि वाकई जिंदा परमेश्वर साडे विच है। हालेलुया। ये जिंदे नाम दे जिंदे गवाहियां सबूत दे रही ने कि परमेश्वर की आज साडे जीवन विच की है जिंदा। बस और महसूस करो और ओदे नाम विच बने रहो। हालेलुया। हालेलुया। सानू दिलेरी नाल परमेश्वर चंगे वधन दी की आ लोड़ वा कि जबूर तकियो दी 24 विच की लिखिया, हे यहोवा दे आस रखण वालियो तुहाडा मन की होवे दलेर। साडी जिंदी आस कौन है? प्रभु यीशु मसीह। जे ਅਸੀਂ ਆਸ ਰੱਖਾਂਗੇ ਦਲੇਰੀ ਸਾਡੇ ਵਿੱਚ ਹੈ, ਅਸੀਂ ਅੱਗੇ ਵਧਦੇ ਜਾਵਾਂਗੇ ਤੇ ਪਰਮੇਸ਼ਰ ਦੇ ਕੰਮਾਂ ਨੂੰ ਕੀ ਆ ਸਾਬਿਤ ਕਰਨਾ। ਹਾਲੇਲੂਇਆ। ਹਾਲੇਲੂਇਆ। ਅਸੀਂ ਦਲੇਰੀ ਨਾਲ ਪਰਮੇਸ਼ਰ ਦੇ ਕੰਮਾਂ ਨੂੰ ਕੀ ਕਰਨਾ, ਸਾਬਿਤ ਕਰਨਾ ਔਰ ਅੱਛੇ ਕੰਮ ਕਰਕੇ ਉਹਨਾਂ ਵੱਲ ਨਹੀਂ ਜਾਣਾ ਜੋ ਨਾ ਸੁਣਦੇ ਨੇ ਤੇ ਨਾ ਕੀ ਆ ਕਿਸੇ ਦੇ ਵਚਨ ਨੂੰ ਸੁਣਦੇ ਤੇ ਨਾ ਹੀ ਉਹ ਦੇਖ ਲੈਂਦੇ। ਅਸੀਂ ਉਹਨਾਂ ਵੱਲ ਜਾਣਾ ਜੋ ਪਰਮੇਸ਼ਰ ਦਾ ਕਲਾਮ ਸਾਨੂੰ ਸਹੀ ਰਸਤਾ ਔਰ ਸਹੀ ਗਾਈਡ ਕਰਦਾ। हालेलुया। 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 सो अगला मैसेज अपने दास देंगे जो पैर को की रसम सी ਅਸੀਂ ਉਹਨਾਂ ਨਾਲ ਵਚਨ ਸੁਣਾਂਗੇ ਕਿਉਂਕਿ ਸਮਾਂ ਥੋੜਾ ਹੈ, ਸਮੇਂ ਨੂੰ ਮਿਲਾਉਂਦੇ ਹੀ ਜਾਣਾਂਗੇ। हालेलुया। हालेलुया। सब हाथ उठा के उसकी आवाज बोलिए हालेलुया। बहुत पता लगता है सारे बहन भाई जो प्रभु का से मैसेज देख गई है, क्योंकि परमेश्वर किया कि जीवन किया परमेश्वर जीवन की परमेश्वर के नाम पर चलना सही तरीके नाल फिर सच्ची और गुरु की बेर के नाल चलना पर सही तरीके नाल अपना बिल्कुल वो मन पालना करके अपन किया लोड़ है वो हुक्मां दे पालना करने लोड़ है वो दे अधीन हो गया अपन चलना कर पिया जितना यीशु मसीह ने की कीता अपने चेले दे पैर तोते की होए हो अधीन होए कि नहीं वो फिलिपियों की किताब 2 लिखा उस सलीब तक चढ़न तक पिता परमेश्वर दे अधीन ही रहे अंत तक जो कि वफादार है। मैं तो याद कई बार रीड की थी प्रकाश की पोथी 10 दिन तक करने में बताएगी खाने सुनाम क्या खाने में पास हो देगा पर जीवन का मुक्त उन्हें मिलेगा जो एंड जो प्रभु के नाम वफादार किया रहेगा वो जीवन का मुक्त तो मैं हाथ खड़ा के सारे लेना पर जीवन का मुक्त मिलेगा किन्नू जीवन का मुक्त मिला किन्नू यीशु मसीह ने क्योंकि एंड जो होती है अपने पिता के नाल वफादार है आप परमेश्वर के अधीन होंगे चलना जे जो ने अपने किसी ने चेले ने अपने पैर पे ओवर रसन आपन की दिया पूरी की दिया क्योंकि जूना दे दिल तेरा मार माना गया जूना दे दिल तेरा मार क्योंकि उन्होंने की अपने आप को अधीन किया तब अपने आप को की करना पा अपने आप को की करना पा हालेलुया नीरो लगती है अपने आप को अपन की करना पा परमेश्वर के अधीन करना मूसा के प्रभु दे अधीन ही ना इब्राहिम की वो भी अधीन ही आपा भी अपने आप परमेश्वर अधीन करना करते फिर भी बरता ले ऐसा जे आपा पर आपा एक दूसरे अधीन करते हैं अधीन नहीं करते पर परमेश्वर के क्यों अधीन रहना आपा पहले करते हैं अधीन रहना सीखिए पहन भाई क्योंकि स्वर्ग में तो चालू था काम चालू है आपा परमेश्वर के अधीन कर दिया जे जो अपने पास के अधीन नहीं है अगर परमेश्वर के अधीन नहीं हो सकता पहन भाई इस करके आप पहले परमेश्वर के अधीन रहना करना है कटांगे आप जूना दे दिल तेरा बाप वो दिन चार है अपना वो समा काफी हो गया ਖਾਣੇ ਤੋਂ ਉੱਠਿਆ ਅਤੇ ਆਪਣੇ ਵਸਤਰ ਲਾ ਛੱਡੇ ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨਿਆ। ਹਾਲੇਲੂਇਆ 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 ਇਹ ਯਿਸੂ ਸਿੰਘ ਦੀ ਗੱਲ ਕਰ ਰਹੇ ਜਿਸ ਰਾਤ ਉਹਨਾਂ ਨੇ ਫੜਵਾਏ ਜਾਣਾ ਸੀ ਉਸ ਰਾਤ ਦੀ ਗੱਲ ਕਰ ਰਹੇ ਆ ਕਹਿ ਰਹੇ उन्होंने अपने चेले ने की कीते बैग खोलते खाने को जब उठा खाने को जब उठा तो अपने वस्त्र ने किया लाश लेकर अपना पन्ना लेके अपने लाश को की कीता बन्या ये कितों की बात कर रही है यीशु मसीह
ਇਹ ਕਿਹਨੂੰ ਦੀ ਗੱਲ ਕਰ ਰਿਹਾ ਬੱਚਾ ਕਹਿੰਦਾ ਜਦੋਂ ਉਹਨਾਂ ਨੇ ਜਿਸ ਰਾਤ ਪ੍ਰਵਾਹ ਜਾਣਾ ਸੀ ਆਪਣੇ ਚੇਲੇ ਨਾਲ ਰੋਟੀ ਖਾਧੀ और बैठ होते और प्रभु को बहुत सारा कहता जब तक मैं आ न जाऊं मेरी जान नहीं करिएगा करया क्योंकि आज प्रभु को गया ना पहला ग्रंथ 11 आदि शक्ति में लिखा सारा वचन क्योंकि समा काफी हम लोग भी बच देना नहीं पर समा और काफी और करके क्योंकि इन्हें टाइम नहीं लगाते हो क्योंकि वो कहता लाख जगह पकड़ना लगा पर लाख बनने आगे 5000 ਫਿਰ ਬਾਟੀ ਵਿੱਚ ਜਲ ਪਾ ਕੇ ਉਹ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਬੱਧਾ ਹੋਇਆ ਹੈ ਪੂੰਝਣ ਲੱਗਾ। ਹਾਲੇਲੂਇਆ 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 ਹਾਲੇਲੂਇਆ। ਕੀ ਕਰ ਲੱਗੇ ਹੋ ਜਿਹੜਾ ਕ੍ਰਿਸ਼ਨ ਨਗਰ ਕੀ ਕਰ ਫਿਰ ਬਾਟੀ ਵਿੱਚ ਜਲ ਪਾ ਕੇ ਉਹਨੇ ਚੇਲਿਆਂ ਦੇ ਪੈਰ ਧੋਣੇ ਅਤੇ ਉਹ ਆਪਣਾ ਜਿਹੜਾ ਬੱਧਾ ਹੋਇਆ ਸੀ ਉਹਦੇ ਨਾਲ ਕੀ ਪੂੰਝਣ ਗਿਆ ਪੈਰ ਪੂੰਝੇ ਹੁੰਦੇ ਆਪਾਂ ਕੀ ਰਸਮ ਕੀਤਾ ਅੱਜ ਆਪਾਂ पैर पुण्य की रस्म की थी पहला पैर धोते फिर पैर पुण्य की रस्म की थी कि आपा परमेश्वर को दे दिया जाना पैर पे जब आप परमेश्वर ने दिया ना तो आपका साथ का पर कमल को लग गया पैर पे तो पासवान ने दिया ना बड़े पासवान ने दिया ना पैर पे नहीं जब आप परमेश्वर ने दिया ना कि पर कमल को नहीं तब पासवान कई बार तो 10 साल पासवान के लिए कानून नहीं सुनाना कौन सुनाएगा कानून कौन सुनाएगा ਜਿਹੜਾ ਤੁਹਾਡੇ ਪਰਮੇਸ਼ਰ ਦਾ ਕਲਾਮ ਕਰ ਰਿਹਾ ਇਹਦੇ ਸ਼ਬਦਾਂ ਨੂੰ ਕੰਮ ਹਰ ਬੰਦਾ ਤੋਂ ਯਾਦ ਕਿਤੇ ਕਰਨਾ ਜੇ ਮੈਂ ਸਾਰਾ ਰਾਜ ਦੀ ਗੱਲ ਕੀ ਕਹਿੰਦਾ ਜੇ ਤੁਹਾਡੇ ਦਾ ਪਰਮੇਸ਼ਰ ਦਾ ਕਲਾਮ ਆਵਾ ਤਾਂ ਕੋਈ ਸਾਰਾ ਜ਼ਿਆਦਾ ਕੀਜੇ ਕੋਈ ਸਾਰਾ ਜ਼ਿਆਦਾ ਕੀਜੇ ਵੀਰ ਇਹ ਸਾਰਾ ਜਗ੍ਹਾ ਵੀਰ ਦੀ ਹੋਵੇ ਸੋਨੇ ਚਾਂਦੀ ਭਾਰੇ ਵਸਤਰ ਨਾਲ ਕੀ ਕਰੇਗਾ ਫਿਰ ਪਰਮੇਸ਼ਰ ਦਾ ਗਿਆ ਬਚਨ ਆਪਣੇ ਆਪਣੇ ਪਰਮੇਸ਼ਰ ਦਾ ਦੀਨ ਕਰੋ ਕਹਿੰਦਾ ਕਿ ਆਪਾਂ ਪਹਿਲਾ ਮਤਲਬ ਇਹ ਵੀ ਆ ਕੰਪਿਊਟਰ ਸੋ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਦੇ ਹੇਠ ਨੀਵਿਆਂ ਕਰੋ ਕਿ ਉਹ ਤੁਹਾਨੂੰ ਵੇਲੇ ਸਿਰ ਉੱਚੀਆਂ ਕਰੇ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਕਹਿੰਦਾ ਆਪਣੇ ਆਪ ਨੂੰ ਪਰਮੇਸ਼ਰ ਦੇ ਬਲਵੰਤ ਹੱਥ ਦੇ ਨੀਵਿਆਂ ਕਰੋ ਸਮੇਂ ਸਿਰ ਤੁਹਾਨੂੰ ਕੀ ਕਰੇਗਾ ਉਹ ਉੱਚਾ ਕਰੇਗਾ ਸਮੇਂ ਸਿਰ ਤੁਹਾਨੂੰ ਕੀ ਕਰੇਗਾ ਉਹ ਉੱਚਾ ਕਰੇਗਾ। ਸਮਾਂ ਆਉਂਦੇ ਉਪਦੇਸ਼ ਖੇਤ ਦੇ ਵਿੱਚ ਕੀ ਲਿਖਿਆ ਹਰ ਕੰਮ ਦਾ ਇੱਕ हर काम का जे आप परमेश्वर के दी रवांगे और अमन होंदे सके साथ आनु चाहिए करेगा प्यार करियो आपा कहते दी नहीं लेते उन्हें मारे के संग आपस समाप्त हो गई ना ओथे जाके शहीद दे कोई दी काम लगी ना नाल जब ना करनी शुरू कर देंगे और देखते करते जब मरना मोटरसाइकिल लग गया फिर अपन ना करनी शुरू कर देंगे कि आपा परमेश्वर के दी आपा वचन सुन के गए आपा परमेश्वर के दी ना आपा परमेश्वर के वचन दी के नहीं थे कि नहीं होगा ये मैं भाई अपने अपने परमेश्वर के फल के ना लग देगा पानी में ऊपर लग देना खजूर को फल लगा बैठा है खजूर को फल लगा बैठा है एक मान लो उनका दो ही दिए या चले आपा बदला के कर आपा परमेश्वर के बदला कद्दू के नाम वो कितने तक कद्दू कितने तक चले आता ना तेरे का क्या पता नहीं लगता देखते हो बड़े हो गए निकलोगे परमेश्वर के दिए लोग पर तुम लोग निकलोगे बड़े बड़े हो गए पर आप परमेश्वर के काम लगे नहीं तो ना जब आप बतावांगे परमेश्वर उसको बरकत किया पावांगे फिर नाले को ऐसा जुगू 4:7 उपरांत तुसी परमेश्वर के अधीन होवो पर शैतान का सामना करो ता ओह तुहाडे कोलों भज जावेगा। हालेलुया 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 हालेलुया। कितने वचन कितने हुए पहला वचन की जिंदगी का दूसरा वचन कितने है अधीन तीसरा वचन कितने आ गया अधीन बेटा परंतु परमेश्वर के अधीन होवो शैतान का सामना करो तो शैतान का मतलब की होएगा भज जाएगा। किदे अधीन होना पड़ता है फिर जे यीशु मसीह अपने पिता परमेश्वर के अधीन होया तो तुझे धन के अधीन होने किया घोड़े पैर पे अपने अपने दीवान को पैर पे तुम्हारे लिए ना लाओ क्योंकि तू एक लाख हाल करूं मैं कहूं अब्बा मेरे लिए सेवा जगह जाति मेंबर मिले पर प्रभु का दास मिले ठाकुर जी ने नौकर के लिए नहीं जाना पैर पे मैं तो खास कह रहा है क्योंकि आप जितने भी मिले प्रभु का दास मिले पवे जेडी मंदी चर्चा होवे मेंबर ओनु ध्यान से प्रोग्राम आगे नहीं अपने आप को की करना अधीन करना पैर वो बरकत किनो मिलेगी तानू मिलेगी ध्यान कर
इस करके अपने अपने परमेश्वर के अधीन करो, शैतान का सामना करो। शैतान का निकल की होएगा पर उससे कहता कि शैतान का परमेश्वर अपने अपने अधीन करना पड़ता है, क्योंकि परमेश्वर के अधीन रहोगे अपने अधीन हमेशा लोगों को क्योंकि वचन बहुत लंबा से सामना होने करके एक बात आपको बहुत पढ़ाएंगे। फिर महाराज की मीटिंग है 16 दिन का 19 मार्च ਪਰਮੇਸ਼ਰ ਪੌਲੁਸ ਦੇ ਹੱਥੋਂ ਅਨੋਖੀਆਂ ਕਰਮਾਂ ਦਾ ਮੁਕਾਬਲਾ ਸੀ। ਇੱਥੋਂ ਤੀਕ ਕਿ ਜੋ ਰੁਮਾਲ ਅਤੇ ਪਟਕੇ ਉਹਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਅਤੇ ਦੁਸ਼ਟ ਆਤਮੇ ਨਿਕਲ ਜਾਂਦੇ ਸਨ। ਹਾਲੇਲੂਇਆ 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 ਇਹ ਤੁਹਾਨੂੰ ਮੈਂ ਤਾਂ ਇਸ ਕਰਕੇ ਦੋ ਪੜਾਈਆਂ ਵੀ ਤੁਹਾਨੂੰ ਪੁੱਛਦੇ ਵੀ ਤੁਹਾਡੇ ਪਾਸ ਜਿਹੜਾ ਰਮਾਲ ਮੈਂ ਸੰਗੀਤ ਕਾਹਦੇ ਦਿੱਤੇ कि आगे उत्थे जाके की है उधर भी ਆਪਾਂ ਦੀਆਂ ਪੜਾ ਸਕਦੇ ਪੈਣ ਕਿਉਂਕਿ ਇਹ ਹੈਗੀ ਤਾਂ ਹੀ ਰਮਾਲ ਲੈਸ ਹੋਏ ਪੈਣ ਇਸ ਕਰਕੇ ਤੇ ਤੁਹਾਨੂੰ ਕੋਈ ਪੁੱਛ ਵੀ ਲਵੇ ਵੀ ਭਾਜੀ ਰਮਾਲ ਕਿੱਥੋਂ ਲਿਆਂਦੇ ਤੇ ਤੁਹਾਨੂੰ ਕੋਲ ਇਹ ਹੋਣੀ ਚਾਹੀਦੀ ਆ ਸਕੂਲਾਂ ਦੇ ਕਲਾਸ 19 ਬਾ ਉਹਦੀ 11 ਤੇ 12 ਆ ਤੁਹਾਡੇ ਕੋਲ ਕੀ ਹੋਣੀ ਚਾਹੀਦੀ ਫਿਰ ਵੀ 10 ਸਕਦੇ ਵੀ ਭਾਜੀ ਆ ਜੈਸੇ ਕਿ ਲਿਖੀ ਇਸ ਕਰਕੇ ਆਪਣੇ ਆਪਣੇ ਪਰਮੇਸ਼ਰ ਦੇ ਅਧੀਨ ਕਰਨਾ ਔਰ ਜਿਹੜੇ ਰਮਾਲ ਲੈਸ ਹੈ इधर संत पल्लूस यीशुना ने कोट करा माता को मेरी विश्वास दे दे सी तरमाल ने परमेश्वर के उन्होंने शरीर ना रोगम लाਉਂਦੇ ਨੇ ਲੋਕੀ ਚੰਗੇ ਨੇ ਉਸ ਆਪ ਨੇ ਕੀ ਹੁੰਦੇ ਹੀ ਜਾਂਦੇ ਹੁੰਦੇ ਸੀ ਇਹ ਮਾਲ ਮੈਂ ਸੋਚਦਾ ਕਰ ਰਿਹਾ ਇਸ ਕਰਕੇ ਤੁਹਾਨੂੰ ਜਿਹੜੇ ਮਾਲ ਨੂੰ ਜੋ ਵਾਸਾ ਦਿੱਤੇ ਜਾਣਗੇ और अपने अपने परमेश्वर के अधीन करना कि यीशु मसीह ने अपने चेले ने प्यार करके परमेश्वर के अधीन होकर तो अधीनगी नाल उन्हें सारे काम कीते क्योंकि जिस राह पर प्रवाह जाने उस राह के सारे काम की गए इस करके प्रभु धन्यवाद करना जो आशीष और बरकत करे आमीन। प्रभु के दास सारा सब 5 मिनट नमाज़ हालेलुया तो परमेश्वर के सुबेदार ऐतवार हर हफ्ते होता है इबादत बंदगी हर हफ्ते होती है। सो यीशु जी आज तो कितने हज़ार साल कब्रदार चों जी उठे तो अज भी जिंदे ने यीशु जी उठे पर जिन्हें अज तक मरे सब मौत की गुलामी बैठे उन्होंने मौत का भी अभी फलता अज तक कोई नहीं छोड़ सकिया और परमेश्वरी वचन देखते हैं रसूलों के तो 2 बार और 24 देखते हैं रसूलों के तो 2 बार और 24 ਉਸਨੂੰ ਪਰਮੇਸ਼ਰ ਨੇ ਕਾਲ ਦੇ ਬੰਧਨ ਖੋਲ ਕੇ ਜਵਾਲਿਆ ਕਿਉਂ ਜੋ ਇਹ ਅਣਹੋਣਾ ਸੀ कि वो उसके वास विच रहे। वही परमेश्वर ने काल दे बंधन खोले काल मौत को क्या गया आज तक मौत के कोलों कोई भी छुट नहीं सकिया सब काल के मौत के बंधन हुए थे। यीशु मसीह परमेश्वर के काल के बंधन खोल के ते मुर्दियां विचों की कीता है जिंदा कीता है वो सदा तक जिंदा है। यीशु मसीह आगे काले जुगो जुग एको जिहा है उधर श्री कोल देखा कि यीशु मसीह नूं आदर ते महिमा दा मुकुट मिलिया तो अज मुर्दियां विचों जीवन दे वचन के द्वारा प्रभु यीशु मसीह कोल भी अधिकार है। ये मुर्दियां जो उठे आ तो यीशु मसीह को अधिकार है जिहड़ा किसी को नहीं। एक बचन देखते हैं मत्ती दी इंजील 28 बाब ਉਹਦੀ 18 ਐਡ ਲਿਖਦੇ ਹੋ ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ
ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ। ਹਾਲੇਲੂਇਆ 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 ਹਾਲੇਲੂਇਆ। ਹਾਲੇਲੂਇਆ। ਜੇ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਗਿਰਿਆ ਕੀਤਾ ਕਾਲ ਦੇ ਬੰਧਨ ਖੋਲ ਕੇ ਤੇ ਅਧਿਕਾਰ ਕਿਹੜਾ ਜੀ? ਜ਼ਮੀਨ ਅਸਮਾਨ ਦਾ ਸਾਰਾ ਅਧਿਕਾਰ ਯਿਸੂ ਮਸੀਹ ਕੋਲ ਹੈ। ਕਿਸੇ ਕੋਲ ਕਿਸੇ ਪਿੰਡ ਦਾ ਅਧਿਕਾਰ ਆ, ਕਿਸੇ ਸੂਬੇ ਦਾ ਅਧਿਕਾਰ ਆ, ਕਿਸੇ ਜ਼ਿਲ੍ਹੇ ਦਾ ਅਧਿਕਾਰ ਆ, ਕਿਸੇ ਦੇਸ਼ ਦਾ ਅਧਿਕਾਰ ਆ, ਪਰ ਪ੍ਰਭੂ ਯਿਸੂ ਮਸੀਹ ਕੋਲ ਜ਼ਮੀਨ ਅਸਮਾਨ ਦਾ ਸਾਰਾ ਕੀ ਆ? ਅਧਿਕਾਰ ਆ। ਤੁਸੀਂ ਪਰਮੇਸ਼ਰ ਦੇ ਵਿਆਪਕ ਦੇ ਜੇ ਉਹਦਾ ਅਧਿਕਾਰ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਦਿੱਤਾ ਹੈ ਤੇ ਤੁਹਾਡੇ ਕੋਲ ਵੀ ਉਹ ਅਧਿਕਾਰ ਹੈ। ਯਿਸੂ ਮਸੀਹ ਕਹਿੰਦਾ ਕਿ ਮੈਂ ਸੰਸਾਰ ਨੂੰ ਵੀ ਕਰ ਲਿਆ, ਜਿੱਤ ਲਿਆ। ਤੁਹਾਡੇ ਕੋਲ ਅਧਿਕਾਰ ਹੈ। ਤੁਸੀਂ ਕਮਜ਼ੋਰ ਨਹੀਂ, ਡਰਪੋਕ ਨਹੀਂ। ਬਚਨ ਵਿੱਚ ਲਿਖਿਆ ਕਿ ਡਰਪੋਕ ਲੋਕ ਪਰਮੇਸ਼ਰੀ ਬਾਦਸ਼ਾਹੀ ਵਿੱਚ ਨਹੀਂ ਦਾਖਲ ਹੋ। ਸਾਨੂੰ ਇਹਨਾਂ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਯਿਸੂ ਮਸੀਹ ਜਿਹਦੇ ਕੋਲ ਜ਼ਮੀਨ ਤੇ ਅਸਮਾਨ ਦਾ ਅਧਿਕਾਰ ਹੈ, ਉਹ ਸਾਨੂੰ ਹਰ ਪੰਜ ਤੋਂ, ਹਰ ਮੁਸੀਬਤ ਤੋਂ, ਹਰ ਪਰੇਸ਼ਾਨੀ ਤੋਂ ਔਰ ਮੌਤ ਤੋਂ, ਦੁੱਖ ਤੋਂ ਕੀ ਕਰੇਗਾ? ਸਾਨੂੰ ਬਚਾ ਕੇ ਰੱਖੇਗਾ ਤੇ ਸਦਾ ਸਦਾ ਤੱਕ ਜਿਤਨਾ ਯਿਸੂ ਮਸੀਹ ਜਿੰਦਾ ਹੈ ਉਹ ਤੁਹਾਨੂੰ ਇਹ ਅਧਿਕਾਰ ਦਿੰਦਾ ਹੈ ਕਿ ਤੁਸੀਂ ਸਦਾ ਤੱਕ ਉਹਦੇ ਨਾਲ ਜੁੜੇ ਰਹੋਗੇ। ਖੁਦਾ ਦੇ ਵਚਨ ਦੁਆਰਾ ਸਭ ਨੂੰ ਆਸ਼ੀਰਵਾਦ ਕਰੇ। ਆਮੀਨ 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 ਆਮੀਨ। ਆਮੀਨ।